सतनाम श्री वाहिगुरु साहिब जी। श्लोक महला तीजा। गुर सेवा ते सुख उपजै, फिर दुख ना लगै आए। जमण मरना मिट गया, काल का किच ना बसाए। गुर सेवा ते सुख उपजै, फिर दुख ना लगै आए। जमण मरना मिट गया, काल का किछ ना बसाए। हर सेती मन रव रहया, सच्चे रहया समाए। नानक हों बलिहारे तिनको, जो चलन सतगुर पाए। महला तीजा। बिन शब्दै सुध ना होवई, जे अनेक करै सिंगार। पिर की सार ना जानई, दूजै पाए प्यार। सा कुसुद सा कुलखणी, नानक नारे बिच कुनार। पौड़ी। हर हर अपनी दया कर, हर बोली बैणी। हर नाम ते आई हर उचरा, हर लाहा लैणी। जो जपदे हर हर दिनस रात, तिन हो कुर्बैणी। जिना सतगुर मेरा प्यारा आराध्या, तिन जन देखा नैणी। हाँ वारिया अपने गुरु को, जिन मेरा हर सजन मिलया सैणी। जिना सतगुर मेरा प्यारा आराध्या, तिन जन देखा नैणी। हाँ वारिया अपने गुरु को, जिन मेरा हर सजन मिलया सैणी। वाहिगुरु जी का खालसा, वाहिगुरु जी की फतेह। श्लोक महला तीजा। गुर सेवा ते सुख उपजै, फिर दुख ना लगै आए।
ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਧੰਨ ਧੰਨ ਸਾਹਿਬ ਸਤਿਗੁਰੂ ਜਾਹਰਾ ਜਹੂਰ ਹਾਜ਼ਰਾ ਹਜੂਰ, ਚਵਰ ਛਤਰ ਤਖਤ ਦੇ ਮਾਲਕ, ਸ਼ਬਦ ਰੂਪ ਅਵਤਾਰ, ਦਸਾਂ ਗੁਰੂਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਸਰਬਤ ਸਾਧ ਸੰਗਤ ਜੀ, ਅਸੀਂ ਸਾਰੇ ਹੀ ਵੱਡੇ ਭਾਗਾਂ ਵਾਲੇ ਹਾਂ ਜੋ ਸਾਹਿਬਾਂ ਨੇ ਸਾਨੂੰ ਕਿਰਪਾ ਇਹ ਦਾਤ ਬਖਸ਼ਿਸ਼ ਕੀਤੀ ਕਿ ਅਸੀਂ ਗੁਰਚਰਨਾਂ ਦੇ ਨਾਲ ਜੁੜਨਾ ਕਰਕੇ ਆਪਣਾ ਜੀਵਨ ਸਫਲਾ ਕੀਤਾ। ਸਤਿਗੁਰਾਂ ਜੀ ਦੇ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਜੋ ਅੱਜ ਦੇ ਹੁਕਮ ਸਾਨੂੰ ਪ੍ਰਾਪਤ ਹੋਏ, ਕਿਵੇਂ ਸਤਿਗੁਰਾਂ ਜੀ ਨੇ ਸਾਨੂੰ ਜੀਵਨ ਜਾਚ ਬਖਸ਼ਿਸ਼ ਕੀਤੀ, ਕੀ ਸਤਿਗੁਰਾਂ ਦਾ ਉਪਦੇਸ਼ ਹੈ, ਆਓ ਜੁੜਨਾ ਕਰੀਏ। ਸਤਿਗੁਰੂ ਜੀ ਸਾਨੂੰ ਕੀ ਸਮਝਾਉਣਾ ਚਾਹ ਰਹੇ ਨੇ ਅੱਜ ਦੇ ਹੁਕਮ ਅੰਦਰ। ਸੋ ਸਭ ਤੋਂ ਪਹਿਲਾਂ ਗੁਰੂ ਫਤਿਹ ਦੀ ਸਾਂਝ ਪਾਣੀ ਹੈ ਜੀ। ਕੋਈ ਵੀ ਰਸਨਾ ਬਾਂਝੀ ਨਾ ਰਵੇ, ਗੱਜ ਵੱਜ ਕੇ ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸ਼ਲੋਕਾਂ ਦੇ ਅੰਦਰ ਬਾਣੀ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਸਾਨੂੰ ਸਮਝਾਉਣਾ ਕਰ ਰਹੇ ਨੇ। ਸਤਿਗੁਰੂ ਸਾਹਿਬ ਕਿਰਪਾ ਅਪਾਰ ਬਖਸ਼ਿਸ਼ ਕਰ ਰਹੇ ਨੇ, ਕਿਉਂਕਿ ਗੁਰੂ ਅਮਰਦਾਸ ਜੀ ਮਹਾਰਾਜ ਜੀ ਦਾ ਜਿਹੜਾ ਆਪਣਾ ਜੀਵਨ ਹੈ ਸੇਵਾ ਦੇ ਪੁੰਜ ਮੰਨਿਆ ਹੋਇਆ ਗੁਰੂ ਅਮਰਦਾਸ ਜੀ ਮਹਾਰਾਜ ਜੀ ਨੂੰ, ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਵੱਡੀ ਸੇਵਾ ਕੀਤੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੂਜੀ ਜੋਤ, ਉਹਨਾਂ ਨੂੰ ਅੰਮ੍ਰਿਤ ਵੇਲੇ ਦਾ ਇਸ਼ਨਾਨ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਈ ਕੋਹ ਤੋਂ ਜਲ ਲੈ ਕੇ ਪਹਿਲਾਂ ਆਪ ਉਸ ਨਦੀ 'ਚ ਇਸ਼ਨਾਨ ਕਰਦੇ ਸਨ, ਫਿਰ ਸਤਿਗੁਰਾਂ ਦੇ ਇਸ਼ਨਾਨ ਪਾਣੀ ਦਾ ਪ੍ਰਬੰਧ ਕਰਦੇ ਸਨ। ਬਹੁਤ ਵੱਡੀ ਸੇਵਾ ਸਤਿਗੁਰੂ ਜੀ ਨੇ ਖੱਟੀ ਹੈ। ਤੇ ਅੱਜ ਦੀ ਬਾਣੀ ਦੇ ਵਿਚਾਰ ਅੰਦਰ ਵੀ ਸਤਿਗੁਰੂ ਜੀ ਇਹੀ ਸਾਨੂੰ ਸਮਝਾ ਰਹੇ ਨੇ ਕਿ ਕਿਵੇਂ ਸੇਵਾ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਅਸੀਂ ਸਫਲਾ ਬਣਾਉਣਾ ਹੈ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁੱਖ ਨਾ ਲੱਗੈ ਆਏ। ਜਦੋਂ ਅਸੀਂ ਤਨੋਂ ਮਨੋਂ ਸਤਿਗੁਰਾਂ ਦੇ ਸਾਹਿਬ ਦੇ ਨਾਲ ਜੁੜ ਗਏ, ਸੇਵਾ ਦੇ ਨਾਲ ਜੁੜ ਗਏ, ਸਿਮਰਨ ਦੇ ਨਾਲ ਜੁੜ ਗਏ, ਫਿਰ ਸਾਨੂੰ ਜਿਹੜੇ ਇਹ ਦੁਨਿਆਵੀ ਦੁੱਖ ਨੇ, ਦੁਨਿਆਵੀ ਡਰ ਨੇ, ਇਹ ਦੁਨਿਆਵੀ ਮਾਇਆ, ਇਸ ਦੇ ਭੈ ਤੋਂ ਅਸੀਂ ਨਿਰਭੈ ਹੋ ਜਾਵਾਂਗੇ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਾਡੇ ਤੇ ਹੋ ਜਾਵੇਗੀ। ਫਿਰ ਦੁੱਖ ਨਾ ਲੱਗੈ ਆਏ, ਫਿਰ ਸਾਨੂੰ ਕੋਈ ਵੀ ਭੈ, ਕੋਈ ਦੁੱਖ ਨਹੀਂ ਲੱਗ ਸਕਦਾ। ਅਸੀਂ ਉਹਨਾਂ ਭੈ ਤੋਂ ਰਹਿਤ ਹੋ ਜਾਵਾਂਗੇ। ਜੰਮਣ ਮਰਣਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਜਦੋਂ ਅਸੀਂ ਸਤਿਗੁਰਾਂ ਦੇ ਨਾਮ ਨਾਲ ਜੁੜ ਗਏ, ਉਸ ਦੇ ਚਰਨਾਂ ਕਮਲਾਂ ਦਾ ਓਟ ਆਸਰਾ ਸਾਡੇ ਉੱਤੇ ਹੋ ਗਿਆ, ਉਸ ਦੀ ਨਜ਼ਰ ਸਾਡੇ ਤੇ ਪੈ ਗਈ। ਫਿਰ ਕੀ ਹੋਇਆ? ਜੰਮਣ ਮਰਨਾ ਮਿਟ ਗਿਆ, ਕਾਲੈ ਕਾ ਕਿਛ ਨਾ ਵਸਾਏ। ਜੰਮਣ ਤੋਂ ਮਰਨ ਤੋਂ ਨਿਰਭੈ ਹੋ ਗਏ, ਸਾਨੂੰ ਮਰਨ ਦਾ ਕੋਈ ਭੈ ਨਹੀਂ। ਜਦੋਂ ਸਤਿਗੁਰਾਂ ਦੀ ਓਟ ਸਾਡੇ ਤੇ ਹੋ ਗਈ, ਫਿਰ ਕਾਲੈ ਕਾ ਕਿਛ ਨਾ ਵਸਾਏ। ਜਿਹੜੇ ਜਮਕਾਲਾਂ ਦਾ ਡਰ ਸਾਨੂੰ ਦਿਨੇ ਰਾਤ ਖਾਈ ਜਾਂਦਾ ਹੈ, ਅਸੀਂ ਉਹਨਾਂ ਤੋਂ ਮੁਕਤ ਹੋ ਗਏ। ਕਾਲੈ ਕਾ ਕਿਛ ਨਾ ਵਸਾਏ, ਉਹਨਾਂ ਦਾ ਫਿਰ ਕੋਈ ਵਸ ਨਹੀਂ ਚੱਲਦਾ। ਜਦੋਂ ਸਤਿਗੁਰਾਂ ਦੇ ਨਾਮ ਨਾਲ ਜੁੜ ਕੇ ਤਨੋਂ ਮਨੋਂ ਸੇਵਾ ਦੇ ਨਾਲ ਅਸੀਂ ਜੁੜ ਗਏ, ਸਾਡੇ ਮਨ ਅੰਦਰ ਨਿਮਾਣਾਪਣ ਆ ਗਿਆ, ਅਸੀਂ ਨਿਮਾਣੇ ਹੋ ਗਏ, ਨਿਤਾਣੇ ਹੋ ਗਏ, ਤਾਂ ਸਤਿਗੁਰਾਂ ਨੇ ਸਾਡੀ ਬਾਂਹ ਫੜ ਲੈਣੀ ਹੈ।
ਹਰ ਸੇਤੀ ਮਨ ਰਵ ਰਹਿਆ, ਸੱਚੇ ਰਹਿਆ ਸਮਾਏ। ਜਦੋਂ ਅਸੀਂ ਗੁਰੂ ਚਰਨਾਂ ਦੇ ਨਾਲ ਜੁੜ ਗਏ, ਫਿਰ ਉਸ ਦੀ ਲਿਵ ਦੇ ਅੰਦਰ ਅਸੀਂ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਲਿਆ। ਨਾਨਕ ਹੋਂ ਬਲਿਹਾਰੀ ਤਿਨ ਕੋ, ਜੋ ਚੱਲਨ ਸਤਿਗੁਰ ਪਾਏ। ਨਾਨਕ ਆਖਦਾ ਹੈ, ਮੈਂ ਬਲਿਹਾਰ ਜਾਂਦਾ ਹਾਂ, ਬਾਰ-ਬਾਰ ਜਾਂਦਾ ਹਾਂ, ਜਿਹੜੇ ਸਤਿਗੁਰਾਂ ਦੇ ਦੱਸੇ ਹੋਏ ਰਾਹ 'ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲਾ ਕਰ ਰਹੇ ਨੇ। ਉਹ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰ ਰਹੇ ਨੇ। ਅਸੀਂ ਉਸ ਦੇ ਨਾਮ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਿੱਧੇ ਰਾਹ 'ਤੇ ਤੋਰ ਲਿਆ। ਉਸ ਦੇ ਚਰਨਾਂ ਦੇ ਨਾਲ, ਕਮਲਾਂ ਦੇ ਨਾਲ ਜੋੜ ਲਈ ਆਪਣੀ ਪ੍ਰੀਤ। ਮੇਰੀ ਪ੍ਰੀਤ ਗੋਬਿੰਦ ਸੋ ਜਿਨ ਕਟੈ। ਜਦੋਂ ਸਾਡੀ ਪ੍ਰੀਤ ਉਸ ਸਤਿਗੁਰ ਦੇ ਚਰਨਾਂ ਨਾਲ ਜੁੜ ਗਈ, ਫਿਰ ਅਸੀਂ ਉਸ ਦੇ ਚਰਨਾਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਉਸ ਸਫਲਤਾ ਦੇ ਵੱਲ, ਉਸ ਰਾਹ ਵੱਲ ਲੈ ਜਾਣਾ ਜਿਹੜਾ ਸਾਨੂੰ ਧੁਰ ਦਰਗਾਹ ਦਾ ਰਾਹ ਹੈ। ਮਹੱਲਾ ਤੀਜਾ। ਸਤਿਗੁਰੂ ਜੀ ਆਖ ਰਹੇ ਨੇ, ਬਿਨ ਸ਼ਬਦੈ ਸੁਧ ਨਾ ਹੋਵਈ, ਜੇ ਅਨੇਕ ਕਰੈ ਸਿੰਗਾਰ। ਸਤਿਗੁਰੂ ਜੀ ਆਖ ਰਹੇ ਨੇ ਕਿ ਇੱਕ ਜੀਵ ਇਸਤਰੀ ਜਿਵੇਂ ਆਪਣੇ ਰੂਪ ਨੂੰ ਸ਼ਿੰਗਾਰਦੀ ਹੈ, ਤਿਆਰ ਹੁੰਦੀ ਹੈ, ਪਰ ਉਸ ਦਾ ਤਿਆਰ ਹੋਣਾ, ਸ਼ਿੰਗਾਰ ਕਰਨਾ ਕੋਈ ਵੀ ਫਾਇਦੇਮੰਦ ਚੀਜ਼ ਨਹੀਂ। ਪਰ ਕਿਉਂ? ਬਿਨ ਸ਼ਬਦੈ ਸੁਧ ਨਾ ਹੋਵੀ। ਜਦੋਂ ਤੱਕ ਉਹ ਬਾਣੀ ਨਾਲ, ਗੁਰਾਂ ਦੇ ਚਰਨਾਂ ਨਾਲ ਨਾ ਜੁੜੀ, ਉਸ ਦਾ ਕੋਈ ਲਾਭ ਨਹੀਂ, ਉਸ ਨੂੰ ਕੋਈ ਵੀ ਫਾਇਦਾ ਨਹੀਂ। ਜਿੰਨਾ ਮਰਜ਼ੀ ਆਪਣੇ ਤਨ ਨੂੰ ਸਵਾਰ ਲਈਏ, ਕੁਛ ਵੀ ਕਰ ਲਈਏ, ਜਦੋਂ ਤੱਕ ਸਾਡਾ ਮਨ, ਸਾਡੇ ਧੁਰੋਂ ਅੰਦਰ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜੇ, ਉਦੋਂ ਤੱਕ ਸਾਡਾ ਇਸ ਜੀਵਨ 'ਤੇ ਆਉਣ ਦਾ ਕੋਈ ਫਾਇਦਾ ਨਹੀਂ। ਫਿਰ ਕੀ ਸਾਰ ਨਾ ਜਾਣੀ, ਦੂਜੈ ਭਏ ਪਿਆਰ। ਜਦੋਂ ਤੱਕ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੀ ਸਾਰ ਨੂੰ, ਹੋਂਦ ਨੂੰ ਨਹੀਂ ਪਛਾਣਿਆ, ਫਿਰ ਕੀ ਹੈ? ਦੂਜੈ ਭਏ ਪਿਆਰ। ਜਿਨ੍ਹਾਂ ਨੇ ਦੂਜਿਆਂ ਨਾਲ ਪਿਆਰ ਪਾ ਲਿਆ। ਜਿਹੜੀ ਜੀਵ ਇਸਤਰੀ ਆਪਣੇ ਪਤੀ ਨੂੰ ਛੱਡ ਕੇ ਦੂਜਿਆਂ ਦੇ ਨਾਲ ਜੁੜ ਜਾਵੇ, ਉਸ ਨੂੰ ਫਿਰ ਸਤਿਗੁਰੂ ਜੀ ਕੀ ਕਹਿ ਰਹੇ ਨੇ, ਇਹ ਸੰਸਾਰ ਕੀ ਕਹਿੰਦਾ ਹੈ। ਫਿਰ ਉਸ ਸੰਸਾਰ ਵਿੱਚ ਆਪਣੇ ਨਾਮ ਨੂੰ, ਆਪਣੀ ਹੋਂਦ ਨੂੰ ਗਵਾ ਬੈਂਦੀ ਹੈ। ਉਹੀ ਗੱਲ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਨੇ, ਫਿਰ ਕੀ ਸਾਰ ਨਾ ਜਾਣੀ, ਦੂਜੈ ਭਏ ਪਿਆਰ। ਜਦੋਂ ਤੱਕ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ, ਉਸ ਨੂੰ ਆਪਣੇ ਅੰਦਰ ਨਹੀਂ ਵਸਾਇਆ, ਫਿਰ ਉਦੋਂ ਤੱਕ ਸਾਡਾ ਕੋਈ ਫਾਇਦਾ ਨਹੀਂ, ਕਿਉਂਕਿ ਅਸੀਂ ਦੂਜਿਆਂ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਵਿਅਰਥ ਕਰ ਰਹੇ ਹਾਂ। ਸਾ ਕੁਸਦ ਸਾ ਕੁਲਖਣੀ, ਨਾਨਕ ਨਾਰੀ ਵਿੱਚ ਕੁਨਾਰ। ਫਿਰ ਉਸ ਜੀਵ ਇਸਤਰੀ ਨੂੰ ਇਹ ਸੰਸਾਰ ਬੜੀ ਹੀ ਭੈੜੀ ਨਜ਼ਰ ਨਾਲ ਦੇਖਦਾ ਹੈ। ਉਸ ਨੂੰ ਉਹ ਸਨਮਾਨ, ਉਹ ਇੱਜ਼ਤ ਨਹੀਂ ਮਿਲ ਸਕਦੀ। ਉਸ ਨੂੰ ਨਾਰ ਤੋਂ ਕੁਨਾਰ ਕਹਿ ਕੇ ਬੁਲਾਇਆ ਜਾਂਦਾ ਹੈ ਕਿ ਉਸ ਦੀ ਇੱਜ਼ਤ ਨਹੀਂ ਸੰਸਾਰ ਵਿੱਚ ਹੋਊਗੀ। ਜਦੋਂ ਤੱਕ ਅਸੀਂ ਉਸ ਸੱਚੇ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜ ਰਹੇ, ਤਾਂ ਸਾਡੀ ਹੋਂਦ ਦਾ ਕੋਈ ਫਾਇਦਾ ਨਹੀਂ। ਜਦੋਂ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਗਏ, ਜਦੋਂ ਉਸ ਅਕਾਲ ਪੁਰਖ ਪਰਮਾਤਮਾ ਨੇ ਆਪਣੀ ਕਿਰਪਾ ਕਰਕੇ, ਆਪਣੇ ਚਰਨਾਂ ਕਮਲਾਂ ਦਾ ਓਟ ਆਸਰਾ ਬਖਸ਼ਿਸ਼ ਕਰਕੇ ਸਾਨੂੰ ਗਲਵਕੜੀ ਵਿੱਚ ਲੈ ਲਿਆ, ਫਿਰ ਸਾਡੀ ਹੋਂਦ ਆਪੇ ਪ੍ਰਗਟ ਹੋ ਜਾਏ। ਅਸੀਂ ਇਸ ਸੰਸਾਰ 'ਤੇ ਆਏ ਆਪਣਾ ਜੀਵਨ ਸਫਲਾ ਕਰ ਲਾਂਗੇ। ਇਹ ਨਹੀਂ ਕਿ ਨਾਰ ਤੋਂ ਕੁਨਾਰ ਬਣ ਕੇ ਆਪਣੇ ਜੀਵਨ ਨੂੰ ਵਿਅਰਥ ਵੱਲ ਤੋੜ ਲਵਾਂਗੇ। ਪੌੜੀ ਹਰ ਹਰ ਆਪਣੀ ਦਇਆ ਕਰ, ਹਰ ਬੋਲੀ ਬੈਣੀ ਹੈ ਸਤਿਗੁਰੂ ਜੀ ਆਪਣੀ ਦਇਆ ਕਰੋ ਕਿ ਅਸੀਂ ਉਸ ਪਰਮਾਤਮਾ ਦੇ ਨਾਮ ਨਾਲ ਜੁੜ ਜਾਈਏ। ਹਰ ਨਾਮ ਤੇ ਆਈ ਹਰ ਉਚਰਾ, ਹਰ ਲਾਹਾ ਲੈਣੀ। ਸਦਾ ਉਸ ਦੇ ਨਾਮ ਨਾਲ ਜੁੜਿਆ ਰਹਾ, ਉਸ ਦੇ ਨਾਮ ਨੂੰ ਧਿਆ ਕੇ ਮਨ ਵਿੱਚ ਅੰਦਰ ਧਾਰ ਲਵਾਂ। ਹਰ ਲਾਹਾ ਲੈਣੀ, ਉਸ ਦੇ ਨਾਮ ਦੇ ਅੰਦਰੋਂ ਜਿਹੜਾ ਰਸ, ਸਾਨੂੰ ਆਤਮਿਕ ਰਸ ਪ੍ਰਾਪਤ ਹੋ ਜਾਵੇ। ਐਸੀ ਸਾਡੀ ਬਿਰਤੀ, ਮਨੋਬਿਰਤੀ ਸਾਨੂੰ ਬਖਸ਼ ਦੇ ਕਿ ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਈਏ। ਜੋ ਜਪਦੇ ਹਰ ਹਰ ਦਿਨ ਸਰਾਤ, ਤਿਨਹੋਂ ਕੁਰਬੈਣੀ। ਸਤਿਗੁਰੂ ਜੀ ਆਖ ਰਹੇ ਨੇ, ਜਿਹੜੇ ਸੱਜਣ ਉਸ ਅਕਾਲ ਪੁਰਖ ਪਰਮਾਤਮਾ ਨੂੰ ਧਿਆਉਂਦੇ ਨੇ, ਜਪਦੇ ਨੇ, ਮੈਂ ਉਹਨਾਂ 'ਤੇ ਵਾਰਿਆ ਜਾਂਦਾ ਹਾਂ। ਤਿਨਹੋਂ ਕੁਰਬੈਣੀ,
ਉਹ ਸੱਚੇ ਨੇ, ਉਸ ਅਕਾਲ ਪੁਰਖ ਪਰਮਾਤਮਾ ਦੀ ਉਹਨਾਂ ਨੇ ਪ੍ਰਾਪਤੀ ਕਰ ਲਈ। ਇਸ ਸੰਸਾਰ ਤੇ ਆ ਕੇ ਆਪਣਾ ਜੀਵਨ ਸਫਲਾ ਕਰ ਲਿਆ। ਮੈਂ ਉਹਨਾਂ ਤੇ ਵਾਰ ਨੇ ਬਲਿਹਾਰਨੇ ਜਾਂਦਾ ਹਾਂ। ਜਿਨ੍ਹਾਂ ਸਤਿਗੁਰ ਮੇਰਾ ਪਿਆਰਾ ਅਰਾਧਿਆ, ਤਿੰਨ ਜਨ ਦੇਖਾਂ ਨੈਣੀ। ਜਿਨ੍ਹਾਂ ਨੇ ਉਸ ਪਰਮਾਤਮਾ ਨੂੰ, ਉਸ ਅਕਾਲ ਪੁਰਖ ਪਰਮਾਤਮਾ ਨੂੰ ਪਿਆਰਿਆਂ ਨੇ ਅਰਾਧਿਆ, ਉਸ ਅਕਾਲ ਪੁਰਖ ਪਰਮਾਤਮਾ ਨੂੰ ਮੈਂ ਉਹਨਾਂ ਨੂੰ ਆਪਣੀ ਅੱਖਾਂ ਨਾਲ ਦੇਖਣਾ ਚਾਹੁੰਦਾ ਹਾਂ। ਹੋਂ ਵਾਰਿਆ ਆਪਣੇ ਗੁਰੂ ਕੋ, ਜਿਨ ਮੇਰਾ ਹਰ ਸੱਜਣ ਮਿਲਿਆ ਸੈਣੀ। ਐਸਾ ਸੱਜਣ, ਐਸਾ ਪ੍ਰੀਤਮ, ਜੋ ਮੈਨੂੰ ਉਸ ਪਰਮਾਤਮਾ ਦੇ ਦਰਸ਼ਨ ਦੀਦਾਰੇ ਕਰਾ ਦੇਵੇ, ਉਸ ਦੇ ਨਾਮ ਦੀ ਪ੍ਰਾਪਤੀ ਕਰਾ ਦੇਵੇ। ਹੋਂ ਵਾਰਿਆ ਆਪਣੇ ਗੁਰੂ ਕੋ, ਜਿਹੜਾ ਉਸ ਪਰਮਾਤਮਾ ਤੇ ਵਾਰਿਆ ਜਾਂਦਾ, ਮੈਂ ਉਸ ਤੇ ਵਾਰਿਆ ਜਾਂਦਾ ਹਾਂ ਜਿਹੜਾ ਮੈਨੂੰ ਉਸ ਪਰਮਾਤਮਾ ਦੇ ਨਾਲ ਮਿਲਾ ਦੇ। ਹੈ ਕੋਈ ਪ੍ਰੀਤਮ ਪਿਆਰਾ ਜਿਹੜਾ ਸਾਨੂੰ ਉਸ ਪਰਮਾਤਮਾ ਦੇ ਨਾਲ ਜੋੜ ਦੇਵੇ। ਉਸ ਦੇ ਜਿਹੜੀ ਅਸੀਂ ਸਤਿਗੁਰਾਂ ਦੀ ਲਿਵ ਹੈ, ਉਸ ਦੇ ਦੱਸੇ ਰਾਹ ਨੇ, ਬਾਣੀ ਦੇ ਨਾਲ ਸਾਨੂੰ ਇਹ ਸੋਝੀ, ਇਹ ਸੁੱਧ ਬੁੱਧ ਪ੍ਰਾਪਤ ਹੋਣੀ ਹੈ। ਜਦੋਂ ਅਸੀਂ ਬਾਣੀ ਨੂੰ ਪੜ੍ਹਾਂਗੇ, ਵਿਚਾਰਾਂਗੇ ਤੇ ਮਨ ਵਿੱਚ ਧਾਰਾਂਗੇ, ਫਿਰ ਸਾਡਾ ਜੀਵਨ ਸਫਲਾ ਮੰਨਿਆ ਜਾਏਗਾ। ਸੋ ਸਤਿਗੁਰੂ ਜੀ ਕਿਰਪਾ ਕਰਨ। ਗੁਰੂ ਅਮਰਦਾਸ ਜੀ ਮਹਾਰਾਜ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਅੱਜ ਦੇ ਫਰਮਾਨ ਅੰਦਰ ਸਾਨੂੰ ਸਤਿਗੁਰਾਂ ਦੀ ਲਿਵ ਦੇ ਨਾਲ ਜੁੜਨ ਦਾ ਇਹ ਜਿਹੜਾ ਰਾਹ ਦੱਸਿਆ, ਸੋ ਸਿਰ ਕਿਰਪਾ ਕਰਕੇ ਸਾਡੇ ਤੇ ਵੀ ਰਹਿਮਤਾਂ ਬਖਸ਼ਿਸ਼ਾਂ ਕਰ ਦੇਣ। ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜੇ ਰਹੀਏ, ਆਪਣੇ ਜੀਵਨ ਨੂੰ ਉਸ ਦੇ ਦੱਸੇ ਰਾਹਾਂ ਦੇ ਨਾਲ ਜੁੜ ਕੇ ਸਫਲਤਾ ਕਰ ਲੈਣ। ਆਈਆਂ ਸੰਗਤਾਂ ਦਾ ਅਤੇ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹੋਈਆਂ ਬੇਅੰਤ ਭੁੱਲਾਂ ਆਪ ਜੀ ਸਾਰੇ ਹੀ ਬਖਸ਼ਣਹਾਰੋ ਬਖਸ਼ ਲੈਣਾ। ਅੱਗੇ ਵਾਸਤੇ ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਹੋਰ ਸਮੁਕਤੀ ਬਖਸ਼ਿਸ਼ ਕਰਨ। ਅਸੀਂ ਨਾਮ ਦੇ ਨਾਲ ਜੁੜ ਕੇ ਤੇ ਹੋਰ ਸੰਗਤਾਂ ਨੂੰ ਵੀ ਜੋੜਨ ਦਾ ਯਤਨ ਕਰੀਏ। ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।